इस बहुत ही इंपॉर्टेंट प्रैस कॉन्फ्रेंस ਦੇ ਵਿੱਚ ਪਹੁੰਚਣ ਦੇ ਉੱਪਰ ਬਹੁਤ ਤੁਹਾਡਾ ਧੰਨਵਾਦ ਵੀ ਔਰ ਸਵਾਗਤ ਵੀ। ਸਾਥੀਓ, ਅੱਜ ਜਿਸ ਮਕਸਦ ਦੇ ਲਈ ਆਪਾਂ ਸਾਰੇ ਇਕੱਠੇ ਹੋਏ ਹਾਂ, ਮੈਂ ਸਮਝਦਾ ਕਿ ਇਹ ਇੱਕ ਸਾਲ ਜੋ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਨਿਕਲਿਆ, ਮੈਂ ਸਮਝਦਾ ਕਿ ਇੱਕ ਸਾਲ ਪੰਜਾਬ ਦੇ ਨਾਲ ਤੇ ਤਰੱਕੀ ਬੇਮਿਸਾਲ। ਇਹ ਉਹ ਇੱਕ ਸਾਲ ਹੈ, ਉਹ 365 ਦਿਨ ਨੇ ਜਿਨ੍ਹਾਂ ਦੀ ਉਡੀਕ ਕਰਦਿਆਂ ਸ਼ਾਇਦ ਪੰਜਾਬ ਨੂੰ 75 ਸਾਲ ਲੱਗ ਗਏ ਸੀਗੇ। ਔਰ ਇਹੋ ਜਿਹਾ ਮਾਹੌਲ ਬਣਦਾ ਗਿਆ ਕਿ ਪੋਲੀਟੀਕਲ ਸਿਸਟਮ ਦੇ ਉੱਪਰੋਂ, ਸਰਕਾਰਾਂ ਦੇ ਉੱਪਰ, ਪੋਲੀਟੀਕਲ ਪਾਰਟੀਆਂ ਦੇ ਉੱਪਰੋਂ, ਲੀਡਰਸ਼ਿਪ ਦੇ ਉੱਪਰੋਂ ਪੰਜਾਬ ਦਾ ਵਿਸ਼ਵਾਸ ਉੱਠਦਾ ਗਿਆ, ਕਿਉਂਕਿ ਹਰੇਕ ਨੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ, ਪੰਜਾਬ ਔਰ ਪੰਜਾਬੀ ਦੇ ਨਾਲ ਧਰੋ ਕਮਾਇਆ। ਪਰ ਮੈਂ ਸਮਝਦਾ ਕਿ ਇਸ ਇੱਕ ਸਾਲ ਨੇ ਲੋਕਾਂ ਦਾ ਵਿਸ਼ਵਾਸ ਦੀ ਬਹਾਲੀ ਦੁਬਾਰਾ ਕੀਤੀ। ਔਰ ਸਭ ਤੋਂ ਵੱਡੀ, ਬਾਕੀ ਸਾਰੇ ਕੰਮ ਨੇ ਜਿਹੜੇ ਉਹ ਚੱਲਦੇ ਰਹਿੰਦੇ ਨੇ, ਬਹੁਤ ਕਰਨ ਵਾਲੇ ਪਏ ਨੇ, ਬਹੁਤ ਹੋ ਚੁੱਕੇ ਨੇ, ਪਰ ਸਭ ਤੋਂ ਵੱਡਾ ਮੈਂ ਸਮਝਦਾ ਕਿ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਦਾ ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਪਿਛਲੇ 75 ਸਾਲਾਂ 'ਚ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਿਆ ਸੀਗਾ ਕਿ ਕੋਈ ਪੋਲੀਟੀਕਲ ਪਾਰਟੀ ਸਰਕਾਰ ਇਮਾਨਦਾਰ ਵੀ ਹੋ ਸਕਦੀ ਹੈ। ਅੱਜ ਉਸ ਵਿਸ਼ਵਾਸ ਦੀ ਬਹਾਲੀ ਹੈ ਜਿਹੜੀ ਉਹ ਮੁੜ ਦੁਬਾਰਾ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੀ ਹੋ ਚੁੱਕੀ ਹੈ। ਔਰ ਲੋਕ ਅੱਜ ਮਾਣ ਮਹਿਸੂਸ ਕਰ ਰਹੇ ਨੇ, ਜਿਹਨਾਂ 3 ਕਰੋੜ ਪੰਜਾਬੀਆਂ ਨੇ ਜੋ ਇੱਕ ਬੇਤਹਾਸ਼ਾ ਬਹੁਮਤ ਦਿੱਤਾ ਸੀਗਾ 92 ਸੀਟਾਂ ਦੇ ਨਾਲ, ਅੱਜ ਲੋਕ ਫਖਰ ਔਰ ਮਾਣ ਮਹਿਸੂਸ ਕਰ ਰਹੇ ਨੇ। ਮੈਂ ਸਮਝਦਾ ਕਿ ਪਾੜਾ ਜਿਹੜਾ ਲੋਕਾਂ ਦੇ ਔਰ ਸਰਕਾਰਾਂ ਦੇ ਵਿਚਾਲੇ ਸੀਗਾ, ਉਹ ਪਾੜਾ ਪੂਰਦਾ ਜਾ ਰਿਹਾ ਹੈ, ਉਹ ਪਾੜਾ ਖਤਮ ਹੁੰਦਾ ਜਾ ਰਿਹਾ ਤੇ ਸਰਕਾਰ ਔਰ ਲੋਕਾਂ ਦੇ ਵਿੱਚ ਫਰਕ ਖਤਮ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜੇ ਆਪਾਂ ਕੰਮਾਂ ਦੀ ਗੱਲ ਕਰ ਲਈਏ ਤੇ ਸਾਡੀ ਪਾਰਟੀ ਦਾ, ਚਾਹੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਸਾਡਾ ਸਭ ਤੋਂ ਵੱਡਾ ਜਿਹੜੀ ਸਟਰੈਂਥ ਹੈ, ਸਾਡਾ ਕੋਰ ਏਰੀਆ ਹੈ, ਉਹ ਹੈਲਥ ਔਰ ਐਜੂਕੇਸ਼ਨ ਦੇ ਸਿਸਟਮ ਦੇ ਵਿੱਚ ਹੈ। ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਇੱਕ ਸਾਲ ਦੇ ਵਿੱਚ ਇਹਨਾਂ ਦੋਨੋਂ ਸੈਕਟਰਸ ਦੇ ਵਿੱਚ ਕ੍ਰਾਂਤੀ ਆਈ ਹੈ, ਅੱਜ 500 ਤੋਂ ਵੱਧ ਮੁਹੱਲਾ ਕਲੀਨਿਕ ਨੇ ਜਿਹੜੇ ਉਹ ਖੁੱਲ੍ਹ ਚੁੱਕੇ ਨੇ, ਤਕਰੀਬਨ 125 150 ਦੀ ਹੋਰ ਤਿਆਰੀ ਹੈ। ਇਸ ਦੇ ਨਾਲ ਹੀ 16 ਮੈਡੀਕਲ ਕਾਲਜ ਖੁੱਲ੍ਹਣ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ। ਜਿਹੜਾ ਐਗਜ਼ਿਸਟਿੰਗ ਹੈਲਥ ਸਿਸਟਮ ਹੈ ਉਹਨੂੰ ਇੰਪਰੂਵ ਕਰਨ ਦਾ ਦਿਨ ਰਾਤ ਕੰਮ ਚੱਲ ਰਿਹਾ ਹੈ। ਐਜੂਕੇਸ਼ਨ ਦੀ ਜਦੋਂ ਗੱਲ ਕਰਦੇ ਹਾਂ ਤੇ ਉਹ ਸਾਡੇ ਐਜੂਕੇਸ਼ਨਿਸਟ ਵੀਰ ਜਿਨ੍ਹਾਂ ਦੇ ਮੋਢਿਆਂ ਦੇ ਉੱਪਰ ਪੰਜਾਬ ਨੂੰ ਮੁੜ ਦੁਬਾਰਾ ਨੰਬਰ 1 ਸੂਬਾ ਬਣਾਉਣ ਦਾ ਜ਼ਿੰਮਾ ਹੈ, ਪੰਜਾਬ ਦੀ ਨਸਲ ਨੂੰ ਸੰਭਾਲਣ ਦਾ ਜ਼ਿੰਮਾ ਹੈ, ਪੰਜਾਬ ਦੇ ਬੱਚਿਆਂ ਨੂੰ। ਮੈਂ ਸਮਝਦਾ ਕਿ ਅੱਜ ਉਹਨਾਂ ਨੂੰ ਡਾਂਗਾ ਖਾਣ ਦੀ ਬਜਾਏ ਅੱਜ ਉਹਨਾਂ ਨੂੰ ਅਸੀਂ ਸਿੰਗਾਪੁਰ ਭੇਜ ਰਹੇ ਹਾਂ। ਇਹ ਇੱਕ ਸਭ ਤੋਂ ਵੱਡਾ, ਇਹ ਇੱਕ ਪਲੱਸ ਪੁਆਇੰਟ ਹੈ, ਇੱਕ ਚੰਗੀ ਦਿਸ਼ਾ ਵੱਲ ਪੰਜਾਬ ਦੇ ਵਾਧੇ ਕਦਮ ਨੇ। 117 ਸਕੂਲ ਆਫ ਐਮੀਨੈਂਸ ਦੀ ਪ੍ਰਪੋਜ਼ਲ ਹੈ ਜਿਹੜੀ ਉਹ ਤੁਹਾਨੂੰ ਪਤਾ ਕਿ ਚੱਲ ਰਹੀ ਹੈ ਔਰ ਬੜੀ ਜਲਦੀ ਹੀ ਉਹ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਸਾਡਾ ਇੱਕ ਵਾਅਦਾ ਸਭ ਤੋਂ ਇੰਪੋਰਟੈਂਟ ਕਿ ਹਰ ਘਰ ਨੂੰ ਅਸੀਂ 300 ਯੂਨਿਟ ਮਹੀਨੇ ਦੀ ਬਿਜਲੀ ਫ੍ਰੀ ਦੇਵਾਂਗੇ। ਅੱਜ ਤਕਰੀਬਨ 90% ਤੋਂ ਵੀ ਵੱਧ ਪਰਿਵਾਰਾਂ ਨੂੰ ਉਹ ਬਿਜਲੀ ਫ੍ਰੀ ਮਿਲ ਰਹੀ ਹੈ ਔਰ ਲੋਕ ਅੱਜ ਰਾਹਤ ਮਹਿਸੂਸ ਕਰ ਰਹੇ ਨੇ ਮਹਿੰਗਾਈ ਤੋਂ। ਇਸ ਦੇ ਨਾਲ ਨੌਕਰੀਆਂ, ਤੁਸੀਂ ਦੇਖਿਆ ਹੋਵੇਗਾ, ਸੁਣਿਆ ਹੋਵੇਗਾ ਕਿ ਸਰਕਾਰਾਂ ਨੇ ਜਿਹੜੀਆਂ ਉਹ 4.5 ਸਾਲ ਟਪਾਉਣ ਤੋਂ ਬਾਅਦ ਉਹ ਜਾਗਦੀਆਂ ਨੇ, ਫਿਰ ਨੋਟੀਫਿਕੇਸ਼ਨਾਂ ਕਰਦੀਆਂ ਨੇ, ਐਲਾਨ ਕਰਦੀਆਂ ਨੇ, ਬੋਰਡ ਬੈਨਰ ਲਵਾਉਂਦੇ ਨੇ ਤੇ 3 ਮਹੀਨਿਆਂ ਦੇ ਵਿੱਚ ਕੋਡ ਲੱਗ ਜਾਂਦਾ ਤੇ ਫਿਰ ਮੁੜ ਕੇ ਪਤਨਾਲਾ ਉੱਥੇ ਦਾ ਉੱਥੇ। ਤੇ ਫਿਰ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਆਪਣੀਆਂ ਡਿਗਰੀਆਂ ਚੱਕੀ ਵਿਚਾਰੇ ਕੋਰਟਾਂ ਦੇ ਵਿੱਚ ਸਾਲਾਂ ਬੱਧੀ ਧੱਕੇ ਖਾਂਦੇ ਫਿਰਦੇ ਰਹਿੰਦੇ, ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਹੈਗਾ। ਇਹ ਪਹਿਲੀ ਇਹੋ ਜਿਹੀ ਸਰਕਾਰ ਆਈ ਹੈ ਜਿਸ ਨੇ ਪਹਿਲੇ ਸਾਲ ਦੇ ਪਹਿਲੇ ਦਿਨ ਤੋਂ ਕੰਮ ਸ਼ੁਰੂ ਕੀਤਾ ਤੇ ਅੱਜ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤਕਰੀਬਨ 28,000 ਤਕਰੀਬਨ 27,000 26,997 ਦੇ ਕਰੀਬ ਦੀ ਫਿਗਰ ਹੈ ਜਿਹੜੀ 27,000 ਦੇ ਕਰੀਬ ਹੈ ਜਿਹੜੀ ਉਹ ਨਵੀਆਂ ਨੌਕਰੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ। 14,000 ਤੋਂ ਵੱਧ ਐਮਪਲੋਈਜ਼ ਨੇ ਜਿਹੜੇ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾ ਚੁੱਕਿਆ ਹੈ। ਇਹ ਉਹ ਵਰਗ ਹੈ ਜਿਸ ਨੇ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲੀ ਵਾਲੇ ਪਾਸੇ ਲੈ ਕੇ ਜਾਣਾ, ਲੋਕਾਂ ਨੂੰ ਸਰਵਿਸ ਡਿਲੀਵਰੀ ਜਿਹੜੀ ਉਹ ਦੇਣੀ ਹੈ। ਇਸ ਦੇ ਨਾਲ ਮਾਫੀਆਜ਼ ਨੂੰ ਖਤਮ ਕਰਨ ਦੀ ਗੱਲ ਕਰ ਲਈਏ, ਸ਼ਰਾਬ ਮਾਫੀਆ ਜਿਹੜੇ ਇਲੀਗਲ, ਗਲਤ, ਮਾੜੀਆਂ ਨਕਲੀ ਸ਼ਰਾਬਾਂ ਦੀ ਵਜ੍ਹਾ ਕਰਕੇ ਤਰਨਤਾਰਨ ਵਰਗੇ ਇਲਾਕਿਆਂ ਦੇ ਵਿੱਚ ਸੈਂਕੜਿਆਂ ਮੌਤਾਂ ਹੋ ਜਾਂਦੀਆਂ ਸੀਗੀਆਂ, ਅੱਜ ਉਹਨਾਂ ਮਾਫੀਆਜ਼ ਨੂੰ ਨੱਥ ਪੂਰੇ ਤਰੀਕੇ ਨਾਲ ਪੈ ਚੁੱਕੀ ਹੈ। ਐਕਸਾਈਜ਼ ਦਾ ਰੈਵਨਿਊ 6,6200 ਕਰੋੜ ਤੋਂ ਵੱਧ ਕੇ 9,000 ਕਰੋੜ ਤੱਕ ਇਸੇ ਸਾਲ ਪਹੁੰਚ ਗਏ ਤੇ ਅਗਲੇ ਸਾਲ 9,700 ਕਰੋੜ ਤੱਕ ਸਾਡਾ ਲੈ ਕੇ ਜਾਣ ਦਾ, ਯਾਨੀ ਕਿ 75 ਸਾਲਾਂ ਦੇ ਵਿੱਚ ਉਹ 0 ਤੋਂ 6,200 ਕਰੋੜ ਤੇ ਪਹੁੰਚਦੇ ਤੇ ਸਾਡੇ ਇੱਕ ਸਾਲ ਵੀ ਨਹੀਂ 9 ਮਹੀਨਿਆਂ ਦੇ ਵਿੱਚ ਉਹ 6,200 ਕਰੋੜ ਤੋਂ 9,000 ਕਰੋੜ ਤੱਕ ਪਹੁੰਚ ਜਾਂਦਾ, ਯਾਨੀ ਕਿ
ਆਲਮੋਸਟ 3000 ਕਰੋੜ ਦਾ ਜੰਪ ਹੈ ਜਿਹੜਾ ਇਸ 1 ਸਾਲ ਦੇ ਵਿੱਚ ਦਿਲਵਾ ਦਿੰਦੇ ਆ। ਇਸੇ ਤਰੀਕੇ ਦੇ ਨਾਲ GST ਦੇ ਵਿੱਚ, ਸਟੈਂਪ ਡਿਊਟੀ ਦੇ ਵਿੱਚ ਰੈਵਨਿਊ ਕਲੈਕਸ਼ਨ ਹੈ ਜਿਹੜੀ ਉਹ ਵੱਧ ਰਹੀ ਹੈ। ਮਾਫੀਆ, ਮਾਈਨਿੰਗ ਮਾਫੀਆ ਜਿਹੜਾ ਸੁਣਿਆ ਕਰਦੇ ਸੀਗੇ ਔਰ ਪੰਜਾਬ ਦੇ ਲੋਕਾਂ ਦੇ ਨੱਕੀ ਧੂਆਂ ਕਢਾ ਰੱਖਿਆ ਸੀਗਾ ਮਹਿੰਗੇ ਰੇਤਿਆਂ ਨੇ, ਜਿਸ ਦਿਨ ਦੀ ਅਸੀਂ ਪਾਲਿਸੀ ਲੈ ਕੇ ਆਏ ਹਾਂ ਉਸ ਦਿਨ ਦਾ 5.5 ਰੁਪਏ ਦਾ ਖੱਡਾਂ ਦੇ ਉੱਪਰ ਮਿਲਦਾ ਔਰ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਵੀ 12, 15, 18 ਰੁਪਏ ਤੋਂ ਵੱਧ ਰੇਤੇ ਦੀ ਕੀਮਤ ਨਹੀਂ ਰਹੇਗੀ। ਉਹ ਵੱਡੇ ਪੱਧਰ ਦੇ ਉੱਪਰ ਰੇਤੇ ਦੀਆਂ ਕੀਮਤਾਂ ਨੇ ਕੰਟਰੋਲ 'ਚ ਆ ਚੁੱਕੀਆਂ, ਮਾਫੀਆ ਖਤਮ ਹੋ ਚੁੱਕਿਆ। ਸੋ ਮੈਂ ਜਿਹੜੀ ਇੰਡਸਟਰੀ ਨੂੰ ਪ੍ਰਮੋਟ ਕਰਨ ਦੀ ਆਪਾਂ ਗੱਲ ਕਰ ਲਈਏ ਤੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇੰਡਸਟਰੀਅਲ ਪਾਲਿਸੀ ਅਸੀਂ ਲੈ ਕੇ ਆਏ ਹਾਂ, ਟੂਰਿਜ਼ਮ ਪਾਲਿਸੀ ਲੈ ਕੇ ਆਏ ਹਾਂ, ਈਕੋ ਟੂਰਿਜ਼ਮ ਦੀ ਪਾਲਿਸੀ ਹੈ ਉਹ ਆ ਚੁੱਕੀ ਹੈ, ਇਲੈਕਟ੍ਰੋਨਿਕ ਵਹੀਕਲ ਦੀ ਪਾਲਿਸੀ ਹੈ ਉਹ ਆ ਚੁੱਕੀ ਹੈ, ਜਿਹਦੇ ਨਾਲ ਤਕਰੀਬਨ 41,000 ਕਰੋੜ ਦਾ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਵੱਡੇ ਵੱਡੇ ਨਾਮੀ ਇਕੱਲੇ ਦੇਸ਼ ਦੀਆਂ ਕੰਪਨੀਆਂ ਨਹੀਂ, ਬਾਹਰਲੀਆਂ ਫੋਰਨ ਕੰਪਨੀ ਤੋਂ ਵੀ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਆ ਰਹੀ ਹੈ ਔਰ ਆ ਚੁੱਕੀ ਹੈ। ਸੋ ਮੈਂ ਸਮਝਦਾ ਕਿ ਇਹ ਇਹੋ ਜਿਹੇ ਕੰਮ ਨੇ ਜਿਹੜੇ ਲੰਬੇ ਸਮੇਂ ਤੋਂ ਪੰਜਾਬ ਨੂੰ ਲੋੜ ਸੀਗੀ ਔਰ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਰਹਿਨੁਮਾਈ ਦੇ ਹੇਠ ਉਹਨਾਂ ਦੀ ਸਾਰੀ ਕੈਬਨਿਟ, ਸਾਰੇ MLA, ਸਾਰੀ ਬਿਊਰੋਕ੍ਰੇਸੀ ਵਧੀਆ ਤਰੀਕੇ ਦੇ ਨਾਲ ਆਪੋ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਨੇ, ਅਚੀਵਮੈਂਟਾਂ ਨੇ ਹੋਈਆਂ ਨੇ। ਜੇ ਮੈਂ ਆਪਣੇ ਮਹਿਕਮੇ ਦੀ ਗੱਲ ਕਰ ਲਾਂ ਕਿ ਜੋ ਪਿਛਲੇ 9 ਮਹੀਨੇ ਦੇ ਵਿੱਚ ਜੋ ਮੈਨੂੰ ਜ਼ਿੰਮੇਵਾਰੀ ਮਾਨ ਸਾਹਿਬ ਨੇ ਸੰਭਾਈ ਸੀਗੀ ਉਹਦੇ ਵਿੱਚ ਜੇ ਆਪਾਂ ਨਿਊ ਰਿਨਿਊਏਬਲ એનર્ਜੀ ਦੀ ਗੱਲ ਕਰ ਲਈਏ ਤੇ ਸੋਲਰਾਈਜੇਸ਼ਨ ਦਾ ਪ੍ਰੋਜੈਕਟ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਚੱਲ ਰਿਹਾ ਹੈ। ਸਾਰੇ ਦਫ਼ਤਰਾਂ ਨੂੰ ਸੋਲਰਾਈਜ਼ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਔਰ ਬੜੀ ਜਲਦੀ ਹੀ ਅਸੀਂ ਕੰਪਲੀਟ ਕਰਾਂਗੇ। ਇਸੇ ਤਰੀਕੇ ਦੇ ਨਾਲ ਕਨਾਲ ਟੌਪ ਯਾਨੀ ਕਿ ਨਹਿਰਾਂ ਦੇ ਉੱਪਰ ਸੋਲਰ ਪੈਨਲਸ ਲਗਾ ਕੇ ਬਿਜਲੀ ਪੈਦਾ ਕਰਨ ਦਾ ਕੰਮ, ਫਲੋਟਿੰਗ ਨਹਿਰਾਂ ਦੇ ਵਿੱਚ ਫਲੋਟਿੰਗ ਜਿਹੜੇ ਸੋਲਰ ਪੈਨਲ ਨੇ ਉਹਨਾਂ ਤੋਂ ਬਿਜਲੀ ਪੈਦਾ ਕਰਨ ਦਾ ਕੰਮ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਚੱਲ ਰਿਹਾ ਹੈ। ਔਰ ਇਸ ਤੋਂ ਇਲਾਵਾ ਬਾਇਓਮਾਸ ਇੱਕ ਮੇਜਰ ਸੋਰਸ ਆਫ એનર્ਜੀ ਅੱਜ, ਜਿਹਦੇ ਤਹਿਤ ਏਸ਼ੀਆ ਦਾ ਸਭ ਤੋਂ ਵੱਡਾ ਪਲਾਂਟ ਹੈ ਜਿਹੜਾ 33 TPD ਦਾ ਉਹ ਭਟਾਲ ਕਲਾਂ ਲਹਿਰਾ ਗਾਗਾ ਦੇ ਵਿੱਚ ਅਕਤੂਬਰ ਦੇ ਵਿੱਚ ਖੁਦ ਭਗਵੰਤ ਮਾਨ ਜੀ ਨੇ ਆਪ ਇਨੋਗਰੇਟ ਕੀਤਾ ਹੈ। ਉਸ ਤਰੀਕੇ ਦੇ ਹੀ 42 ਹੋਰ ਪ੍ਰੋਜੈਕਟ ਨੇ ਉਹ ਅਪਰੂਵ ਕੀਤੇ ਗਏ ਨੇ। ਉਹਨਾਂ ਦੇ ਕੁਝ ਇਸ਼ੂ ਸੀਗੇ ਸਟੇਟ ਔਰ ਸੈਂਟਰਲ ਗਵਰਨਮੈਂਟ ਦੇ ਨਾਲ, ਉਹਦੇ ਵਾਸਤੇ ਅਸੀਂ ਟਾਸਕ ਫੋਰਸ ਬਣਾਈ। ਸਟੇਟ ਗਵਰਨਮੈਂਟ ਦੇ ਜਿੰਨੇ ਇਸ਼ੂ ਸੀ ਉਹ ਆਲਮੋਸਟ ਸਾਰੇ ਅਸੀਂ ਐਡਰੈਸ ਕਰ ਚੁੱਕੇ ਹਾਂ ਔਰ ਸੈਂਟਰਲ ਗਵਰਨਮੈਂਟ ਦੇ ਨਾਲ ਵਾਰਤਾਲਾਪ ਹੈ ਜਿਹੜਾ, ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਚੱਲ ਰਿਹਾ ਤੇ ਬੜੀ ਜਲਦੀ ਉਹ ਵੀ ਦੂਰ ਹੋ ਜਾਣਗੇ। ਪੰਜਾਬ ਦੇ ਵਿੱਚ 2 ਕਰੋੜ ਟਨ ਪਰਾਲੀ ਯਾਨੀ ਕਿ 20 ਮਿਲੀਅਨ ਟਨ ਪਰਾਲੀ ਹੈ ਜਿਹੜੀ ਉਹ ਹਰ ਸਾਲ ਹੁੰਦੀ ਹੈ, ਜਿਹਦੇ ਵਿੱਚੋਂ 8 ਮਿਲੀਅਨ ਟਨ ਉਹ ਇਨ-ਸੀਟੂ ਐਕਸ-ਸੀਟੂ ਮੈਨੇਜ ਹੋ ਜਾਂਦੇ। 12 ਮਿਲੀਅਨ ਟਨ ਪਰਾਲੀ ਹਜੇ ਵੀ ਅਵੇਲੇਬਲ ਹੈ, ਜਿਸ ਤੋਂ ਅਸੀਂ ਬਿਜਲੀ ਬਣਾਉਣ ਦਾ ਕੰਮ, CNG CBG ਬਣਾਉਣ ਦਾ ਕੰਮ ਚੱਲ ਰਿਹਾ ਹੈ। ਔਰ ਇਹਦੇ ਨਾਲ ਹੀ ਅਸੀਂ ਇੱਕ ਹੋਰ ਜਿਸ ਪਾਸੇ ਸਾਰੀ ਦੁਨੀਆ ਅੱਜ ਚੱਲੀ ਹੋਈ ਹੈ, ਗ੍ਰੀਨ ਹਾਈਡਰੋਜਨ ਬਣਦੀ ਹੈ ਵੇਰੀਅਸ ਸੋਰਸਿਸ ਤੋਂ ਔਰ ਪਰਾਲੀ ਤੋਂ ਵੀ ਗ੍ਰੀਨ ਹਾਈਡਰੋਜਨ ਬਣ ਸਕਦੀ ਹੈ ਔਰ ਉਹਦੇ ਉੱਪਰ ਵੀ ਅਸੀਂ ਪਾਲਿਸੀ ਬਣਾਉਣ ਜਾ ਰਹੇ ਹਾਂ ਤਾਂ ਕਿ ਇਹੀ ਪਰਾਲੀ ਜਿਹੜੀ ਅੱਜ ਕਿਸਾਨ ਮਜਬੂਰੀ ਬਸ ਤੀਲੀ ਲਾ ਕੇ ਜਲਾਣੀ ਪੈਂਦੀ ਹੈ, ਜਿਸ ਕਿਸਾਨ ਨੂੰ ਇਹੀ ਪਰਾਲੀ ਹੈ ਜਿਹੜੀ ਇਹ ਲਾਇਬਿਲਿਟੀ ਤੋਂ ਐਸਿਡ ਦੇ ਵਿੱਚ ਕਨਵਰਟ ਕਰ ਦਾਂਗੇ ਔਰ ਕਿਸਾਨ ਵੀਰਾਂ ਨੂੰ ਇਸੇ ਤੋਂ ਪੈਸੇ ਦੀ ਕਮਾਈ ਦਾ ਸਾਧਨ ਸ਼ੁਰੂ ਹੋ ਜਾਊਗਾ। एनवायरमेंट भी बचूगा, धरती भी बचूगी। सो ये सारे प्रोसैस ने न्यू एंड रिन्यूएबल एनर्जी के पिछले 1 साल के पिछले 9 महीनों के जो मैंने जिम्मेवारी सौंपी मान साहब ने वो असी कर रहे हैं। इस तो इलावा हाउसिंग डिपार्टमेंट भी मेरे को तकरीबन 9 महीने रहा, वो असी वड्डे पद्धर के उपर ਡੀਸੈਂਟਰਲਾਈਜੇਸ਼ਨ ऑफ पावर्स है जी वो की है। कल्लियां परमिशनां पिछे CLU पिछे लोगों को मिनिस्टरां को धक्के खाने पैंदे सी, मैं आउंदे सार वो सारियां असी पावर्स डेलीगेट कर दित्तियां। सारियां परमिशनस ने जिहड़ियां ਉਹ CA ਲੈਵਲ ਤੱਕ ਉਹ ਹੋ ਜਾਂਦੀਆਂ ਨੇ, ਜੋ ਆਮ ਲੋਕਾਂ ਨੂੰ ਔਰ ਡਿਵੈਲਪਰਸ ਦਾ ਕੰਮ ਸੌਖਾ ਕਰ ਦਿੱਤਾ। ਇਸ ਦੇ ਨਾਲ ਨਾਲ ਅਸੀਂ ਇੱਕ ਅਫੋਰਡੇਬਲ ਹਾਊਸਿੰਗ ਪਾਲਿਸੀ ਲੈ ਕੇ ਆਏ ਹਾਂ, ਜਿਸ ਦੇ ਨਾਲ ਇਲੀਗਲ ਕਲੋਨੀਆਂ ਜੋ ਕਿ ਪਿਛਲੇ ਸਮੇਂ 14,000 ਬਣ ਗਈਆਂ ਉਹਨਾਂ ਨੂੰ ਡਿਸਕਰੇਜ ਕੀਤਾ ਜਾਊਗਾ, ਬੈਨ ਕੀਤਾ ਜਾਊਗਾ ਤੇ ਅਫੋਰਡੇਬਲ ਹਾਊਸਿੰਗ ਪਾਲਿਸੀ ਦੇ ਵਿੱਚ ਇੰਨਾ ਕੁ ਕੰਮ ਸੌਖਾ ਕਰ ਦਿੱਤਾ ਔਰ ਸਸਤਾ ਕਰ ਦਿੱਤਾ, ਇੰਨਾ ਟਰਾਂਸਪੇਰੈਂਟ ਕਰ ਦਿੱਤਾ ਕਿ ਕਿਸੇ ਨੂੰ ਇਲੀਗਲ ਕਲੋਨੀ ਕੱਟਣ ਦੀ ਲੋੜ ਨਹੀਂ ਹੈਗੀ। ਅਫੋਰਡੇਬਲ ਹਾਊਸਿੰਗ ਦੇ ਵਿੱਚ ਅੱਧੇ ਰੇਟਾਂ ਦੇ ਵਿੱਚ ਫੀਸਾਂ ਅੱਧੀਆਂ ਕਰ ਦਿੱਤੀਆਂ। ਉਹ ਪਾਲਿਸੀ ਇਨ ਪਲੇਸ ਹੈ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਉਸ ਦਾ। ਇਸ ਦੇ ਨਾਲ ਨਾਲ ਅਸੀਂ ਇੱਕ ਹੋਰ, ਕਿਉਂਕਿ CLU ਇੱਕ ਇਹੋ ਜਿਹਾ ਸ਼ਬਦ ਬਣ ਚੁੱਕਿਆ ਜਿਸ ਨੂੰ ਸੁਣ ਕੇ ਆਮ ਲੋਕ, ਡਿਵੈਲਪਰ, ਕੋਲੋਨਾਈਜ਼ਰ ਉਹ ਡਰ ਜਾਂਦੇ ਨੇ, ਉਹ ਸਹਿਮ ਜਾਂਦੇ ਨੇ ਔਰ ਇਹ ਲੈਣ ਦੇ ਲਈ 1.5 2 ਸਾਲ ਦਾ ਸਮਾਂ ਲੱਗ ਜਾਂਦਾ ਸੀਗਾ। ਅਸੀਂ ਇੱਕ ਇਹੋ ਜਿਹੀ ਪਾਲਿਸੀ ਹੈ ਜਿਹੜੀ ਉਹ ਅਪਰੂਵ ਕਰ ਚੁੱਕੇ ਹਾਂ। 2-3 ਦਿਨਾਂ ਦੇ ਵਿੱਚ ਉਹਦੀ ਨੋਟੀਫਿਕੇਸ਼ਨ ਹੋ ਜਾਣੀ ਹੈ, ਜਿਸ ਦੇ ਵਿੱਚ
CLU ਲੇਆਊਟ ਪਲਾਨ, ਬਿਲਡਿੰਗ ਪਲਾਨ, ਲਾਇਸੈਂਸ ਟੂ ਕਾਲੋਨੀ ਤੁਸੀਂ ਇੱਕ ਐਪਲੀਕੇਸ਼ਨ ਦੇ ਨਾਲ ਸਾਡੇ ਹਾਊਸਿੰਗ ਡਿਪਾਰਟਮੈਂਟ ਦੇ ਵਿੱਚ ਅਪਲਾਈ ਕਰਿਆ ਕਰਨਗੇ ਲੋਕ, ਔਰ 1.5 ਤੋਂ 2 ਮਹੀਨਿਆਂ ਦੇ ਵਿੱਚ ਬਾਕੀ ਸਾਰੇ ਕੰਸਰਨਡ ਮਹਿਕਮਿਆਂ ਤੋਂ ਵੀ ਪਰਮਿਸ਼ਨਾਂ ਲੈ ਕੇ 1.5 ਤੋਂ 2 ਮਹੀਨਿਆਂ ਦੇ ਵਿੱਚ ਅਸੀਂ ਡਿਵੈਲਪਰ ਨੂੰ, ਕੋਲੋਨਾਈਜ਼ਰ ਨੂੰ, ਅਸੀਂ ਆਮ ਲੋਕਾਂ ਨੂੰ ਜਿਹੜੇ ਅਪਲਾਈ ਕਰਨਗੇ ਅਸੀਂ ਉਹਨਾਂ ਨੂੰ ਦੇ ਦਿਆ ਕਰਾਂਗੇ। ਇਹਦੇ ਨਾਲ ਖੱਜਲ ਖੁਆਰੀ ਜਿਹੜੀ ਉਹ ਖਤਮ ਹੋ ਜਾਏਗੀ, ਜਿਹੜੀ ਭ੍ਰਿਸ਼ਟਾਚਾਰ ਹੁੰਦਾ ਉਹ ਖਤਮ ਹੋ ਜਾਏਗਾ, ਔਰ ਸਿਸਟਮ ਬੜਾ ਸੌਖਾ ਔਰ ਸਰਲ ਹੋ ਜਾਏਗਾ। ਇਸ ਤੋਂ ਇਲਾਵਾ ਮੈਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਸੀਗਾ ਕਿ 2000 ਸਨ ਤੋਂ ਲੈ ਕੇ ਅੱਜ ਤੱਕ EWS ਯਾਨੀ ਇਕਨੋਮਿਕਲੀ ਵੀਕਰ ਸੈਕਸ਼ਨ ਆਮ ਗਰੀਬ ਲੋਕ, ਲੋੜਵੰਦ ਲੋਕਾਂ ਨੂੰ ਇੱਕ ਵੀ ਮਕਾਨ ਹੈ ਪਿਛਲੇ ਸਰਕਾਰਾਂ ਨੇ, ਅਕਾਲੀ ਦਲ ਦੀ ਨਾ ਕਾਂਗਰਸ ਨੇ, ਉਹ ਦਿੱਤਾ ਨਹੀਂ ਹੈਗਾ। ਤੇ ਭਗਵੰਤ ਮਾਨ ਜੀ ਦੇ ਹਦਾਇਤਾਂ ਮੁਤਾਬਕ ਅਸੀਂ 2 ਫੇਜ਼ਾਂ ਦੇ ਵਿੱਚ 25 ਤੋਂ 30 ਹਜ਼ਾਰ ਮਕਾਨ ਹੈ ਜਿਹੜਾ ਉਹ ਬੜੀ ਜਲਦੀ ਹੀ ਪੰਜਾਬ ਸਰਕਾਰ ਲੋੜਵੰਦ ਲੋਕਾਂ ਨੂੰ ਦੇਣ ਜਾ ਰਹੀ ਹੈ। ਉਹਦਾ ਮਾਡਲ ਤਿਆਰ ਹੋ ਚੁੱਕਿਆ, ਟੈਂਡਰ ਡਾਕੂਮੈਂਟ ਆਲਮੋਸਟ ਤਿਆਰ ਹੋ ਚੁੱਕਿਆ, ਔਰ ਜਦੋਂ ਹੀ ਮੈਂ CM ਸਾਹਿਬ ਨੂੰ ਪਿਛਲੇ ਹਫਤੇ ਰਿਕੁਐਸਟ ਕੀਤੀ ਸੀਗੀ, ਸੈਸ਼ਨ ਖਤਮ ਹੋਣ ਤੋਂ ਬਾਅਦ ਉਹ ਮਾਡਲ ਔਰ ਟੈਂਡਰ ਡਾਕੂਮੈਂਟ ਇੱਕ ਵਾਰੀ CM ਸਾਹਿਬ ਨੂੰ ਦਿਖਾ ਕੇ ਇਨ ਪ੍ਰਿੰਸੀਪਲ ਅਪਰੂਵਲ ਹੋ ਕੇ ਮਹਿਕਮੇ ਨੇ, ਪੰਜਾਬ ਸਰਕਾਰ ਨੇ ਉਹ ਵੀ ਟੈਂਡਰ ਫਲੋਟ ਕਰ ਦੇਣਾ ਤਾਂ ਕਿ 25 ਤੋਂ 30 ਹਜ਼ਾਰ ਲੋਕਾਂ ਨੂੰ EWS ਹਾਊਸਿਸ ਨੇ ਜਿਹੜੇ ਉਹ ਮਿਲ ਸਕਣ। ਪਹਿਲੇ ਫੇਜ਼ ਦੇ ਵਿੱਚ ਤਕਰੀਬਨ 15,000 ਤੇ ਦੂਸਰੇ ਫੇਜ਼ ਦੇ ਵਿੱਚ 10 ਤੋਂ 15,000 ਹੈ ਜਿਹੜਾ ਉਹ ਮਕਾਨ ਮਿਲ ਜਾਣਗੇ। ਇਸੇ ਤਰੀਕੇ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਅੱਜ ਤੱਕ 75 ਸਾਲਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਤਕਰੀਬਨ 40-45% ਪੰਜਾਬ ਦਾ ਜਿਹੜੇ ਮਾਸਟਰ ਪਲਾਨ ਨੇ ਉਹ ਬਣੇ ਨੇ। ਮਾਸਟਰ ਪਲਾਨ ਮੁਤਾਬਕ ਹੀ ਡਿਵੈਲਪਮੈਂਟ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਤੇ ਅਸੀਂ ਜਿਸ ਦਿਨ ਦੀ ਮੈਨੂੰ ਜ਼ਿੰਮੇਵਾਰੀ ਸੌਂਪੀ ਸੀ ਮਾਨ ਸਾਹਿਬ ਨੇ, ਅਸੀਂ ਉਹ ਆਰਡਰ ਕਰ ਚੁੱਕੇ। ਪੂਰੇ ਪੰਜਾਬ ਦਾ ਦੇ ਮਾਸਟਰ ਪਲਾਨ ਬਣਨ ਦਾ ਪ੍ਰੋਸੈਸ ਹੈ ਜਿਹੜਾ ਉਹ ਅਸੀਂ ਇਨੀਸ਼ੀਏਟ ਕੀਤਾ ਹੋਇਆ, ਔਰ ਬੜੀ ਜਲਦੀ ਮੈਂ ਸਮਝਦਾ ਕਿ ਡੇਢ ਸਾਲ ਦੇ ਵਿੱਚ ਮਾਸਟਰ ਪਲਾਨਸ ਨੇ ਜਿਹੜੇ ਉਹ ਸਾਰੇ ਸ਼ਹਿਰਾਂ ਦੇ, ਸਾਰੇ ਪਿੰਡਾਂ ਦੇ, ਸਮੁੱਚੇ ਪੰਜਾਬ ਦੇ ਬਣ ਜਾਣਗੇ। ਔਰ ਨਵੀਆਂ ਟਾਊਨਸ਼ਿਪਸ ਔਰ ਨਵਾਂ ਟਾਊਨ ਇਹ ਮੈਂ ਸਮਝਦਾ ਕਿ ਅੱਜ ਗਲੋਬਲੀ ਜਿਹੜੀ ਲੋਕਾਂ ਦਾ ਜਿਹੜਾ ਮਾਈਗ੍ਰੇਸ਼ਨ ਪਿੰਡਾਂ ਤੋਂ ਕਸਬਿਆਂ ਵੱਲ, ਕਸਬਿਆਂ ਤੋਂ ਸ਼ਹਿਰਾਂ ਵੱਲ, ਸ਼ਹਿਰਾਂ ਤੋਂ ਮੈਟਰੋਪੋਲੀਟਨਸ ਵੱਲ ਉਹ ਚੱਲ ਰਿਹਾ। ਨਵੀਆਂ ਟਾਊਨਸ਼ਿਪ ਚਾਹੇ ਇਕੱਲੇ ਮੁਹਾਲੀ ਦੇ ਵਿੱਚ ਹੀ ਨਹੀਂ, ਲੁਧਿਆਣੇ ਦੇ ਵਿੱਚ 1700 ਏਕੜ ਦੇ ਵਿੱਚ, ਬਠਿੰਡਾ ਦੇ ਵਿੱਚ ਟੀਅਰ 2 ਟੀਅਰ 3 ਸਿਟੀ ਛੋਟੇ ਸ਼ਹਿਰਾਂ ਕਸਬਿਆਂ ਦੇ ਵਿੱਚ ਵੀ ਅਸੀਂ ਨਵੀਆਂ ਟਾਊਨਸ਼ਿਪਸ ਨੇ ਜਿਹੜੀਆਂ ਉਹ ਪਲਾਨ ਕੀਤੀਆਂ ਹੋਈਆਂ ਨੇ। ਕੁਝ ਪਲਾਨ ਹੋ ਚੁੱਕੀਆਂ, ਔਰ ਮੈਂ ਸਮਝਦਾ ਕਿ ਜੇ ਉਸੇ ਪਲਾਨ ਮੁਤਾਬਕ ਪੰਜਾਬ ਸਰਕਾਰ ਔਰ ਮਹਿਕਮਾ ਚੱਲਦਾ ਰਿਹਾ ਤੇ ਤਕਰੀਬਨ ਇਹਨਾਂ 5 ਸਾਲਾਂ ਦੇ ਵਿੱਚ ਤਕਰੀਬਨ 100 ਦੇ ਕਰੀਬ ਨਵੀਆਂ ਹਾਊਸਿੰਗ ਡਿਪਾਰਟਮੈਂਟ ਦੀਆਂ ਪੂਡਾ ਦੀਆਂ ਆਪਣੀਆਂ ਕਾਲੋਨੀਜ਼ ਨੇ ਜਿਹੜੀਆਂ, ਟਾਊਨਸ਼ਿਪਸ ਨੇ ਜਿਹੜੀਆਂ, ਵਰਲਡ ਕਲਾਸ ਟਾਊਨਸ਼ਿਪਸ ਨੇ ਜਿਹੜੀਆਂ ਉਹ ਤਿਆਰ ਹੋ ਜਾਣਗੀਆਂ। ਔਰ ਜਿਵੇਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਮੈਂ ਹੈਦਰਾਬਾਦ ਗਿਆ ਸੀਗਾ, ਮਾਨ ਸਾਹਿਬ ਦੀ ਇਜਾਜ਼ਤ ਦੇ ਨਾਲ ਰਾਮੋਜੀ ਸਿਟੀ ਦੇਖ ਕੇ ਆਇਆ। ਚਾਹੇ ਵਰਲਡ ਕਲਾਸ ਅਮਿਊਜ਼ਮੈਂਟ ਪਾਰਕ ਦੀ ਗੱਲ ਹੋਵੇ, ਫਿਲਮ ਸਿਟੀ ਦੀ ਗੱਲ ਹੋਵੇ, ਇਹ ਸਾਰੀਆਂ ਚੀਜ਼ਾਂ ਨੇ, ਚਾਹੇ IT ਪਾਰਕ ਦੀ, IT ਸਿਟੀ ਦੀ ਗੱਲ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਹੋਮਵਰਕ ਹੈ ਜਿਹੜਾ ਉਹ ਹੋ ਚੁੱਕਿਆ। ਔਰ ਟਰਾਂਸਪੋਰਟੇਸ਼ਨ, ਕਿਉਂਕਿ ਅੱਜ ਇੱਕ ਮਹੱਤਵਪੂਰਨ ਆਸਪੈਕਟ ਹੈ ਸ਼ਹਿਰਾਂ ਦੇ ਵਿੱਚ, ਹਰੇਕ ਵਿਅਕਤੀ ਨੂੰ ਟਰਾਂਸਪੋਰਟੇਸ਼ਨ ਚਾਹੀਦੀ ਹੈ। UMTC ਦੇ ਨਾਲ ਆਲਰੇਡੀ ਅੰਡਰ ਪ੍ਰੋਸੈਸ ਚੱਲ ਰਿਹਾ। ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਟਰੋ ਚਾਹੇ ਮੁਹਾਲੀ ਦੀ ਗੱਲ ਹੋਵੇ, ਲੁਧਿਆਣਾ ਦੀ ਗੱਲ ਹੋਵੇ, ਜਲੰਧਰ, ਅੰਮ੍ਰਿਤਸਰ, ਬਠਿੰਡਾ ਦੀ ਗੱਲ ਹੋਵੇ, ਪਟਿਆਲਾ ਦੀ ਗੱਲ ਹੋਵੇ, ਇਹਦੇ ਬਾਰੇ UMTC ਦੇ ਨਾਲ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਇਹਨਾਂ ਦੀ ਫੀਜ਼ੇਬਿਲਿਟੀ ਜਿਹੜਾ ਸਰਵੇ ਹੈ ਉਹ ਚੱਲ ਰਿਹਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਸਾਰੇ ਕੰਮ ਨੇ ਜਿਹੜੇ ਇਹ ਬੜੀ ਜਲਦੀ ਹੀ ਸਿਰੇ ਚਾੜੇ ਜਾਣਗੇ। ਮੈਂ ਇਹ ਉਮੀਦ ਆਸ ਕਰਦਾ ਔਰ ਵਿਸ਼ਵਾਸ ਹੈ ਮੈਨੂੰ ਕਿ ਜਿਸ ਸਪੀਡ ਨਾਲ ਕੰਮ ਸ਼ੁਰੂ ਹੋਇਆ ਹੈ ਇਹੀ ਸਪੀਡ ਹੈ ਜਿਹੜੀ ਇਹ ਹੋਰ ਵੱਧਦੀ ਜਾਏਗੀ ਅੱਗੇ, ਔਰ ਵੱਡੇ ਪੱਧਰ ਦੇ ਉੱਪਰ ਇੱਕ ਪਲੈਨਡ ਸਟੇਟ ਆਫ ਦਾ ਆਰਟ ਡਿਵੈਲਪਮੈਂਟ ਹੈ ਜਿਹੜੀ ਉਹ ਸਮੁੱਚੇ ਪੰਜਾਬ ਨੂੰ ਉਹ ਦੇਖਣ ਨੂੰ ਮਿਲੇਗੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਇੱਥੇ ਪਹੁੰਚਣ ਦੇ ਉੱਪਰ ਧੰਨਵਾਦ। ਮੈਂ ਅੱਜ ਤੁਹਾਡੇ ਨਾਲ ਆਪਣੇ ਦਿਲ ਦੇ ਵਲਵਲੇ ਜਿਹੜੇ ਉਹ ਸ਼ੇਅਰ ਕਰਨ ਦੇ ਲਈ ਇੱਥੇ ਪਹੁੰਚਿਆ ਸੀਗਾ, ਕਿਉਂਕਿ ਪਿਛਲੇ ਲੰਬੇ ਸਮੇਂ ਤਕਰੀਬਨ 30 ਸਾਲਾਂ ਦੇ ਪੋਲੀਟੀਕਲ ਔਰ ਸੋਸ਼ਲ ਸਫ਼ਰ ਦੇ ਵਿੱਚ ਇੰਨੀ ਕਮਿਟਮੈਂਟ ਦੇ ਨਾਲ, ਇੰਨੀ ਇਮਾਨਦਾਰੀ ਦੇ ਨਾਲ, ਇੰਨੀ ਡੈਡੀਕੇਸ਼ਨ ਦੇ ਨਾਲ ਮੈਂ ਪੰਜਾਬ ਦੇ ਵਿੱਚ ਕਦੇ ਕਿਸੇ ਪਾਰਟੀ ਨੂੰ, ਕਦੇ ਕਿਸੇ ਸਰਕਾਰ ਨੂੰ, ਕਦੇ ਕਿਸੇ ਲੀਡਰ ਨੂੰ ਮੈਂ ਕੰਮ ਕਰਦੇ ਨਹੀਂ ਦੇਖਿਆ ਜੋ ਅੱਜ ਇਹ ਪਿਛਲੇ 1 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਹੌਲ ਸਿਰਜਿਆ। ਸੋ ਮੈਂ ਸਮਝਦਾ ਕਿ ਲੋਕ ਵਧਾਈ ਦੇ ਪਾਤਰ ਨੇ। ਇਹ ਤਾਂ ਸਿਰਫ ਇੰਨਾ ਹੈ ਕਿ ਇਹ ਤਾਂ ਸੈਲਫ ਮਾਰਿਆ ਪੰਜਾਬ ਸਰਕਾਰ ਨੇ ਲੋਕਾਂ ਦੇ ਡਿਵੈਲਪਮੈਂਟ ਦੇ ਕੰਮਾਂ ਦਾ, ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ। ਇਹ ਤਾਂ ਸਿਰਫ ਸੈਲਫ ਮਾਰਿਆ, ਪਹਿਲਾ ਗੇਅਰ ਪਿਆ ਤੇ ਆਉਣ ਵਾਲੇ 5 ਸਾਲਾਂ ਦੇ ਵਿੱਚ 5ਵੇਂ ਗੇਅਰ ਤੱਕ ਜਦੋਂ ਟੌਪ ਗੇਅਰ ਦੇ ਵਿੱਚ ਗੱਡੀ
ਪਹੁੰਚੇਗੀ ਤੇ ਫਿਰ ਮੁੜ ਕੇ ਦੁਬਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ 5 ਸਾਲਾਂ ਬਾਅਦ ਪੰਜਾਬੀਆਂ ਨੂੰ ਸਮੁੱਚੀ ਦੁਨੀਆ ਨੂੰ ਨਜ਼ਰ ਆਏਗਾ।